ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਰਾਮਦਾਸ ਜੀ ਦਾ ਚੌਥੀ ਪਾਤਸ਼ਾਹੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਗੁਰੂ ਸਾਹਿਬ ਜੀ ਦੇ ਹਜ਼ੂਰ ਦੋ ਵੇਲੇ ਕਥਾ ਕੀਰਤਨ ਅਤੇ ਉਪਦੇਸ਼ ਦੇ ਦੀਵਾਨ ਲੱਗਦੇ ਸਨ। ਹਰ ਪ੍ਰਕਾਰ ਦੇ ਸਿੱਖ ਆਪਣੀਆਂ ਮਨੋਕਾਮਨਾ ਲੈ ਕੇ ਦਰਸ਼ਨ ਕਰਨ ਤਥਾ ਉਪਦੇਸ਼ ਲੈਣ ਆਉਂਦੇ ਸਨ। ਇੱਕ ਦਿਨ ਭਾਈ ਮਹਾਨੰਦ ਤੇ ਬਿਧੀ ਚੰਦ ਨੇ ਬੇਨਤੀ ਕੀਤੀ, ਪਾਤਸ਼ਾਹ, ਅਸੀਂ ਆਪ ਜੀ ਦੇ ਸ਼ਰਨ ਆਏ ਹਾਂ, ਸਾਨੂੰ ਉਪਦੇਸ਼ ਦਿਓ ਜਿਸ ਨਾਲ ਸਾਡੇ ਜਨਮ ਮਰਨ ਦੇ ਬੰਧਨ ਕੱਟੇ ਜਾਣ। ਗੁਰੂ ਜੀ ਨੇ ਕਿਹਾ, ਭਾਈ ਤੁਸੀਂ ਆਪਣਾ ਆਪ ਪਛਾਣ ਲਵੋਗੇ ਤਾਂ ਤੁਹਾਡਾ ਜਨਮ ਮਰਨ ਕੱਟਿਆ ਜਾਏਗਾ। ਇਹ ਸਰੀਰ ਜੋ ਬਿਸਨਰਹਾਰ ਹੈ, ਝੂਠਾ ਹੈ, ਇਹ ਤੁਸੀਂ ਨਹੀਂ ਹੋ। ਤੁਸੀਂ ਉਹ ਹੋ ਜੋ ਕਦੀ ਮਰਦਾ ਨਹੀਂ ਅਤੇ ਨਾ ਹੀ ਕਦੀ ਮਰਿਆ ਜਾ ਸਕਦਾ ਹੈ। ਤੁਸੀਂ ਚੇਤਨ ਰੂਪ ਹੋ। ਇਹ ਗੱਲ ਨਿਸ਼ਚਾ ਕਰਕੇ ਆਪਣੇ ਚੇਤਨ ਰੂਪ ਨੂੰ ਪਛਾਣੋ। ਉਹਨਾਂ ਨੇ ਕਿਹਾ, ਮਹਾਰਾਜ, ਸਾਨੂੰ ਆਪਣੇ ਇਸ ਚੇਤਨ ਸਰੂਪ ਦਾ ਕਿਸ ਤਰ੍ਹਾਂ ਗਿਆਨ ਅਥਵਾ ਪਛਾਣ ਹੋ ਸਕਦੀ ਹੈ? ਗੁਰੂ ਸਾਹਿਬ ਜੀ ਨੇ ਕਿਹਾ, ਸ਼ਰਧਾ ਅਤੇ ਪ੍ਰੇਮ ਨਾਲ ਸਤਸੰਗ ਕਰਿਆ ਕਰੋ, ਗੁਰਸਿੱਖਾਂ ਦੀ ਸੇਵਾ ਕਰਿਆ ਕਰੋ, ਕਥਾ ਕੀਰਤਨ ਸੁਣਿਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਸੁਣਿਆ ਕਰੋ, ਦੁੱਖ ਸੁੱਖ ਵਿੱਚ ਅਡੋਲ ਰਿਹਾ ਕਰੋ। ਇਸ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਆਪਣੇ ਚੇਤਨ ਸਰੂਪ ਦੀ ਪਛਾਣ ਹੋ ਜਾਵੇਗੀ। ਫਿਰ ਇੱਕ ਦਿਨ ਧਰਮਦਾਸ, ਡੁੱਗਰਦਾਸ, ਦੀਪਾ, ਜੇਠਾ, ਸੰਸਾਰੂ, ਬੁੱਲਾ ਅਤੇ ਤੀਰਥ ਨੇ ਬੇਨਤੀ ਕੀਤੀ, ਮਹਾਰਾਜ, ਸਾਡਾ ਉਧਾਰ ਕਿਸ ਤਰ੍ਹਾਂ ਹੋਵੇਗਾ? ਗੁਰੂ ਸਾਹਿਬ ਜੀ ਕਹਿੰਦੇ ਹਨ, ਪਹਿਲਾਂ ਆਪਣੇ ਮਨ ਦਾ ਹੰਕਾਰ ਦੂਰ ਕਰੋ ਅਤੇ ਨਿਮਰਤਾ ਧਾਰਨ ਕਰੋ। ਈਰਖਾ ਅਤੇ ਨਿੰਦਿਆ ਦਾ ਤਿਆਗ ਕਰੋ। ਸਤਸੰਗ ਵਿੱਚ ਜਾ ਕੇ ਕਥਾ ਕੀਰਤਨ ਪ੍ਰੇਮ ਨਾਲ ਸੁਣਿਆ ਕਰੋ। ਅਤਿਥੀ ਨੂੰ ਭੋਜਨ ਛਕਾਓ ਅਤੇ ਵਿਸ਼ਰਾਮ ਕਰਾਓ। ਇਸ ਨਾਲ ਤੁਹਾਡਾ ਲੋਕ ਪਰਲੋਕ ਸੌਰ ਜਾਏਗਾ। ਫਿਰ ਇੱਕ ਦਿਨ ਜਾਪਾ ਮਾਈਆ ਅਤੇ ਨਈਆ ਖੁੱਲਰ ਨੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਮਹਾਰਾਜ, ਸਾਨੂੰ ਕੋਈ ਐਸਾ ਉਪਦੇਸ਼ ਦਿਓ ਜਿਸ ਨੂੰ ਧਾਰਨ ਕਰਕੇ ਅਸੀਂ ਗ੍ਰਸਤ ਵਿੱਚ ਰਹਿੰਦੇ ਹੋਏ ਹੀ ਆਪਣਾ ਉਧਾਰ ਕਰ ਲਈਏ। ਗੁਰੂ ਜੀ ਨੇ ਕਿਹਾ, ਭਾਈ, ਜਿਸ ਤਰ੍ਹਾਂ ਰਾਤ ਦਿਨ ਤੁਸੀਂ ਘਰ ਦੇ ਕੰਮ ਕਰਦੇ ਰਹਿੰਦੇ ਹੋ, ਉਹਨਾਂ ਨਾਲ ਪਿਆਰ ਕਰਦੇ ਹੋ, ਉਹਨਾਂ ਨੂੰ ਕਦੀ ਤਿਆਗਦੇ ਨਹੀਂ, ਇਸ ਤਰ੍ਹਾਂ ਹੀ ਬਾਣੀ ਪੜ੍ਹਨ ਸੁਣਨ ਸਮੇਂ ਉਸ ਨਾਲ ਪਿਆਰ ਕਰੋ। ਉਸ ਨੂੰ ਬਾਰੰਬਾਰ ਵਿਚਾਰਨਾ ਕਰੋ ਕਿ ਇਸ ਵਿੱਚ ਗੁਰੂ ਜੀ ਸਾਨੂੰ ਕੀ ਆਗਿਆ ਕਰਦੇ ਹਨ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਮਨ ਨੂੰ ਬੁਰਾਈਆਂ ਵੱਲੋਂ ਪੂਣਾ ਮੋੜੋ ਅਤੇ ਬਾਣੀ ਦਾ ਵਿਚਾਰ ਕਰੋ। ਕੰਮ ਕਾਜ ਕਰਦੇ ਹੋਏ ਤਥਾ ਹਰ ਸਮੇਂ ਸਤਨਾਮ ਵਾਹਿਗੁਰੂ ਦਾ ਸਿਮਰਨ ਉੱਠਦੇ ਬੈਠਦੇ ਨਿਰੰਤਰ ਕਰਿਆ ਕਰੋ। ਇਸ ਨਾਲ ਹਉਮੈ ਦਾ ਵੱਡਾ ਰੋਗ ਮਿਟ ਜਾਏਗਾ। ਸਰੀਰ ਨਾਲ ਕੰਮ ਕਰੋ ਅਤੇ ਹਿਰਦਾ ਨਾਮ ਰੂਪ ਵਿੱਚ ਲਾਈ ਰੱਖੋ। ਇਸ ਉਪਦੇਸ਼ ਨੂੰ ਧਾਰਨ ਕਰ ਲਵੋਗੇ ਤਾਂ ਤੁਹਾਨੂੰ ਮੁਕਤ ਪਦ ਪ੍ਰਾਪਤ ਹੋ ਜਾਵੇਗਾ। ਆਪ ਜੀ ਨੂੰ ਲਾਹੌਰ ਗਿਆ ਲਗਭਗ 2 ਸਾਲ ਹੋ ਗਏ ਸਨ, ਪਰ ਆਪ ਜੀ ਨੂੰ ਗੁਰੂ ਪਿਤਾ ਜੀ ਵੱਲੋਂ ਕੋਈ ਸੱਦਾ ਨਾ ਆਇਆ। ਤਦ ਆਪ ਜੀ ਨੇ ਆਪਣੇ ਪ੍ਰੇਮ ਭਰੇ ਹਿਰਦੇ ਦੀ ਤੜਪ ਨੂੰ ਪ੍ਰਗਟ ਕਰਨ ਵਾਸਤੇ ਪਿਤਾ ਗੁਰੂ ਨੂੰ ਚਿੱਠੀ ਲਿਖੀ। ਮਾਝ ਮਹੱਲਾ ਪੰਜਵਾਂ, ਚੌਪਦੇ ਘਰ ਪਹਿਲਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਤਿਰਖਾ ਨਾ ਉਤਰੇ ਸ਼ਾਂਤ ਨ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੋ ਘੋਲੀ ਜੀਓ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਓ। ਜਦ ਇਸ ਚਿੱਠੀ ਦਾ ਕੋਈ ਉੱਤਰ ਨਾ ਆਇਆ ਤਾਂ ਆਪ ਜੀ ਨੇ ਦੂਸਰੀ ਚਿੱਠੀ ਲਿਖੀ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨੀ ਬਾਣੀ, ਚਿਰ ਹੋਆ ਦੇਖੇ ਸਰੰਗ ਪਾਣੀ। ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਹੋ ਘੋਲੀ ਹੋ ਘੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ। ਜਦ ਇਸ ਦੂਸਰੀ ਚਿੱਠੀ ਦਾ ਉੱਤਰ ਵੀ ਨਾ ਆਇਆ ਤਾਂ ਫਿਰ ਆਪ ਜੀ ਨੇ ਤੀਸਰੀ ਚਿੱਠੀ ਲਿਖੀ। ਇੱਕ ਘੜੀ ਨ ਮਿਲਤੈ ਤਾਂ ਕਲਯੁਗ ਹੋਤੈ, ਹੁਣ ਕਦ ਮਿਲਿਆ ਪ੍ਰਿਯ ਤੁਧ ਭਗਵੰਤਾ। ਮੋਹ ਰਹਿਣ ਨ ਬਿਹਾਵੇ ਨੀਂਦ ਨ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ।
हो कोली जियो कोल कमाई तिस सच्चे दरबारे जियो रहाओ। जद गुरु पिता जी ने यह चिट्ठी, जिस विच प्रेम शरधा हिरदे की वेदना स्पष्ट रूप विच अनुभव हो रही सी, पढ़ी तो गुरु जी ने बाबा बुढ़ा जी नूं लाहौर भेज के आप जी नूं गुरु चक मंगवा लिया। गुरु चक आण के आप जी ने गुरु पिता जी के चरनां ते मत्था टेकिया अते मिलाप की खुशी विच चौथा पद उचारण किया। भाग होआ गुर संत मिलाया प्रभ अविनाशी घर मैं पाया। सेव करी पल चसा न विछड़ै जन नानक दास तुम्हारे जियो। हो कोली जियो कोल कमाई जन नानक दास तुम्हारे जियो रहाओ। गुरु पिता परथाए इस अति शरधा अते प्रेम प्रगट करने वाली मिठी बाणी सुन के श्री गुरु जी बड़े प्रसन्न होए अते आप जी ने हर प्रकार गुरगद्दी दे योग समझ के भाई बुढ़ा जी अते भाई गुरदास जी आदि सियाणे सिखां नाल विचार करके गुरु जी ने भादरों सुदी एकम संमत 1636 नूं सब संगत दे सामने 5 पैसे अते नारियल आप जी दे अगे रख के 3 परिक्रमा कीतियां अते गुरु नानक जी दी गद्दी नूं मत्था टेक दिता। फिर सब सिख संगतां नूं कहा कि अज तो श्री अर्जन देव जी गुरगद्दी दे मालक हन, इन्हां नूं तुसीं साडा ही रूप समझना है अते सदा आग्या विच रहना है। यह कार्रवाई वेख के पिरथी चंद जी ने कहा, गुरगद्दी मेरा वड्डे पुत्र दा हक है, तुसां अन्याय करके श्री अर्जन देव जी नूं दे दिती है। होर भी कई क्रोध दे बचन आखे, जिन्हां नूं सुन के श्री गुरु रामदास जी ने पिरथी चंद जी नूं समझाया कि पिता नाल पुत्र नूं झगड़ा नहीं करना चाहिदा। इस परथाए गुरु जी ने यह शब्द उच्चारण किया, काहे पूत झगड़त हो संग बाप, जिन के जने बडीरे तुम हो तिन सो झगड़त पाप रहाओ। जिस धन का तुम गर्भ करत हो सो धन किस हत न आप। खिन मैं छोड़ जाए बिखियारस तो लागे पछताप। जो तुमरे प्रभ होते स्वामी हर तिन के जापै जाप। उपदेश करत नानक जन तुमको जो सुनै तो जाए संताप। जद इस तरह समझाउण नाल बाबा पिरथी चंद जी का क्रोध मट्ठा ना होया तां गुरु जी ने फिर एक होर शब्द द्वारा समझाया कि जिस दे कर्मां विच धुर तो ही लिखिया होया होवे उसनूं भागशाली वस्त प्राप्त हुंदी है। पहले गुरु साहिबां दे वेले भी ये वस्त किसी ने जोर नाल प्राप्त नहीं कीती। सतनाम दा सिमरन करके मन नूं शांत करना चाहिदा है। ईरखा बखीली करन नाल कुछ हाथ नहीं आउंदा। सूही महला चौथा तिन यंत्र हर आराध्या जिनको धुर लिखिया लिखत लिलारा। तिन की बखीली कोय किया करे जिनका यंग करे मेरा हर करतारा। हर हर ध्याए मन मेरे मन ध्याए हर जन्म जन्म के सब दुख निवारण हारा। रहाओ तुद भगत जना को बख्शिया हर अमृत भगत भंडारा। मूर्ख होवै सोय उनकी रीस करै तिस हलत पलत मुहकारा। से भगत से सेवका जिना हर नाम प्यारा। तिन की सेवा ते हर पाइयै सिर निंदक कह पवै छारा। जिस कर विरती सोई जानै जगत गुरु नानक पुछ कह विचारा। चहो पीढ़ी यादक जगाद बखीली किना न पाइयो हर सेवक भाई निस्तारा। उस तो उपरंत बाबा पिरथी चंद जी दी तिखण विरोधता ते झगड़ा वेख के गुरु जी ने बाबा बुढ़ा जी आदि सियाणे सिखां नूं आख्या कि साडा अंत समा आ गया है। इस वास्ते असी गोइंदवाल जाके अपने शरीर शांति नाल त्यागना चाहुंदे हां। दूसरे दिन अमृत वेले ही तैयारी करके गुरु जी श्री गुरु अर्जन देव जी अते बीबी भानी जी सहित कुछ सिख सेवतां नूं नाल लैके गोइंदवाल पहुँच गए। दूसरे दिन सवेरे दीवान सजा के गुरु जी ने संगत नूं बचन किया कि साडा अंत समा आ गया है।
ਸਾਡੇ ਪਿੱਛੋਂ ਤੁਸਾਂ ਸਭ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸਾਡਾ ਰੂਪ ਸਮਝ ਕੇ ਗੁਰੂ ਮੰਨਣਾ ਹੈ। ਅਸਾਂ ਗੁਰਿਆਈ ਗੱਦੀ ਇਹਨਾਂ ਨੂੰ ਦੇ ਦਿੱਤੀ ਹੈ। ਉਸ ਉਪਰੰਤ ਸਭ ਪਰਿਵਾਰ ਅਤੇ ਸਿੱਖ ਸੇਵਕਾਂ ਨੂੰ ਥਾਂ ਪਰ ਥਾਂ ਧੀਰਜ ਅਤੇ ਵਾਹਿਗੁਰੂ ਦੇ ਭਾਣੇ ਵਿੱਚ ਰਹਿਣ ਦੀ ਆਗਿਆ ਕਰਕੇ ਭਾਦਰੋਂ ਸੁਤੀ ਤੀਜ ਸੰਮਤ 1637 ਨੂੰ ਆਪ ਜੀ ਸਰੀਰ ਤਿਆਗ ਕੇ ਆਪ ਧਰਮ ਜੋਤੀ ਵਿੱਚ ਲੀਨ ਹੋ ਗਏ। ਇਸ ਪ੍ਰਥਾਏ ਆਪ ਸਵਈਆ ਵਿੱਚ ਹਰਬੰਸ ਭੱਟ ਨੇ ਕਿਹਾ ਹੈ, ਦੇਵਪੂਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬਿਠਾਇਓ, ਕਾਟੇ ਸੋ ਪਾਪ ਤਿਨ ਨ ਰਹਿ ਕੇ ਗੁਰੂ ਰਾਮਦਾਸ ਜਿਨ ਪਾਇਓ, ਛੜੈ ਸਿੰਘਾਸਨ ਪਿਰਥੀ ਗੁਰ ਅਰਜਨ ਕਉ ਕੇ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।